हुक्म है तुहानू संत चतर सैन दा। जाओ, दौड़ जाओ, छड्ड दिओ इन्हां शरीरां नू। जिन, भूत, चुड़ैल, जो भी माड़ी रूह इस चार दीवारी दे विच इन्हां शरीरां नाल आ वड़ी है, हुक्म है उसनू मेरा, चले जाओ। चले जाओगे नहीं तो छड्डा बाबा भी। ਜਾਵਾਂਗੀਆਂ ਜਾਵਾਂਗੀਆਂ ਕਿਵੇਂ ਨਹੀਂ ਭੂਤਣੀਓ ਜਾਵਾਂਗੀਆਂ ਬੰਬੂ ਕਾਟੰਗੂ ਸੜਕੋ ਸੜਕ ਸੁਣਿਓ ਸ਼ਹਿਰ ਚ ਵੜਨ ਵੇਲੇ ਧਿਆਨ ਨਾਲ ਪੜਿਓ ਐਕਸੀਡੈਂਟ ਨਾ ਕਰਾ ਲਿਓ ਇੱਕ ਹੋਰ ਧਿਆਨ ਨਾਲ ਸੁਣੋ ਗੱਲ ਸਾਡੇ ਵਾਲੀਆਂ ਮੇਲਣਾ ਵਾਂਗੂ ਇਕੱਠੀਆਂ ਨਾ ਹੋ ਜਿਓ ਲਾਈਨ ਬਣਾ ਕੇ ਚੱਲਿਓ ਖੱਬੇ ਹੱਥ ਸਿਆਣੇ ਦਾ ਕਿਹਾ ਆਉਣੇ ਦਾ ਖਾਦਾ ਪਿੱਛੋਂ ਪਤਾ ਲੱਗਦਾ कौन है तू? ਮੂਤਵਰ ਬੰਦਾ ਇਲਾਕੇ ਦਾ ਮਹਾਰਾਜ ਮੁਖਤਾਰਾ ਅਮਲੀ ਨਾਮ ਹੈ ਮੇਰਾ ਇੱਥੇ ਕੀ ਕਰਨਾ ਹੈ? ਮੇਰੀ ਤਾਂ ਜੀ ਭਗਵਾਨ ਕੋਲ ਢਿੱਲੀ ਰਹਿੰਦੀ ਸੀ ਬੜੇ ਇਲਾਜ ਕਰਾਏ ਡਾਕਟਰਾਂ ਨੇ ਬਹੁਤ ਸ਼ੂਏ ਲਾਏ ਪਰ ਭੂਆ ਫਰਕ ਨਹੀਂ ਪਿਆ ਫਿਰ ਕਿਸੇ ਸਿਆਣੇ ਬੰਦੇ ਨੇ ਢਾਡੀ ਦੱਸ ਪਾਈ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਪਿੱਛੋਂ ਪਤਾ ਲੱਗਦਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਦਿਲਪੀ ਜੀ ਕਿਵੇਂ ਬੋਲਦੀ ਆ ਟੁੰਬ ਟੁੰਬ ਮੇਰੀ ਭਗਵਾਨ ਕੌਰ ਚ ਚੁੱਪ ਕਰ ਜਾ ਦੁਸ਼ਟਾ ਇਹ ਤਾਂ ਬੜੀ ਔਖੀ ਬੋਲਦੀ ਆ ਕਿਵੇਂ ਅੱਖਾਂ ਕੱਢਦੀ ਆ ਕੁਝ ਸਮਝਾਓ ਇਹਨੂੰ ਤੈਂ ਤਾਂ ਤਬਾਹ ਕਰਤਾ ਮੈਨੂੰ ਪਾਪੀਆ ਜ਼ਿੰਦਗੀ ਗਾਲਤੀ ਮੇਰੀ ਬਾਬਾ ਜੀ ਇਹ ਭਗਵਾਨ ਕੌਰ ਬੋਲਦੀ ਆ ਕੀ ਚੀਜ਼ ਦੋਵੇਂ ਚੀਜ਼ਾਂ ਇਕੱਠੀਆਂ ਹੋ ਕੇ ਬੋਲ ਰਹੀਆਂ ਇੱਕ ਸੁਰ ਚ ਤੂੰ ਫਿਕਰ ਨਾ ਕਰ ਅਮਲੀਆ ਤੇਰਾ ਦਸੌਂਟਾ ਕੱਟਿਆ ਗਿਆ ਹੁਣ ਤੇਰੀ ਭਗਵਾਨ ਕੌਰ ਜਮਾਂ ਹੀ ਸਿੱਧੀ ਹੋ ਜੂ ਤੀਰ ਹਰਕੀ ਤੁਹਾਨੂੰ ਮਹਾਰਾਜ ਤੁਸੀਂ ਤਾਂ ਮੇਰਾ ਘਰ ਵਸਦਾ ਰੱਖ ਲਿਆ ਨਹੀਂ ਤਾਂ ਮੈਂ ਤਾਂ ਪੱਟਿਆ ਗਿਆ ਸੀ ਚੜਾਵਾ ਚੜਾਤਾ ਮਹਾਰਾਜ ਚੜਾਤਾ ਫਿਰ ਫਿਕਰ ਨਾ ਕਰ ਅਮਲੀਆ ਤੁਰ ਜਾ ਸਿੱਧਾ ਪਿੰਡ ਨੂੰ ਢੋਲੇ ਦੀਆਂ ਲਾਉਂਦਾ ਪਿੱਛੇ ਮੁੜ ਕੇ ਨਾ ਵੇਖੀ ਚੱਲ ਭਗਵਾਨ ਕਰੇ ਛੱਜੂਏ ਚਵਾਰੇ ਚੱਲ ਚੱਲੀਏ ਆਪਣੇ ਘਰ ਉੱਠ ਪਰ ਆਹੋ ਮੈਨੂੰ ਆਪਣੇ ਮੈਲੇ ਹੱਥ ਨਾ ਲਾ ਮਹਾਰਾਜ ਇਹ ਤਾਂ ਹਾਲੇ ਵੀ ਕਰੰਟ ਮਾਰਦੀ ਹੈ ਸੁੱਚ ਘਟੋ ਇਹਦੀ अमलिया तेरी पानों ते जिस चीज का पैरा है बहुत खतरनाक है पूरे 7 दिन इलाज करना है इसका नहीं तो चीज फिर चिंबड़ जू इस करके पूरे 7 दिन की सेवा लगी है इनू इत्थे ਠੀਕ ਹੈ ਮਹਾਰਾਜ ਜਿਵੇਂ ਤੁਸੀਂ ਕਹਿੰਦੇ ਹੋ ਤੇ ਮੈਂ ਵੀ 7 ਦਿਨ ਤੁਹਾਡੇ ਚਰਨਾਂ 'ਚ ਬੈਠ ਕੇ ਪ੍ਰਸ਼ਾਦੇ ਪਾਲ ਲੂੰ तू सीधा अपने पिंड जा अपने चवारे विच ਜਾਂਦਾ ਹੋਇਆ ਜਲ ਲੈ ਜੀ ਇੱਥੋਂ ਸਵੇਰੇ ਸ਼ਾਮ ਛਿੱਟਾ ਦੇਈ ਤੂੰ ਆਪਣਾ ਕੰਮ ਕਰ ਤੇ ਅਸੀਂ ਆਪਣੀ ਪੂਜਾ ਪਾਠ ਕਰਾਂਗੇ ਇੱਕ ਹਫ਼ਤੇ ਬਾਅਦ ਤੇਰੀ ਪਾਨੋਂ ਨੂੰ ਨਾ ਵਰਨਾਓ ਕਰਕੇ ਤੇਰੇ ਘਰੇ ਅਸੀਂ ਖੁਦ ਲੈ ਕੇ ਆਵਾਂਗੇ ਠੀਕ ਹੈ ਮਹਾਰਾਜ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਪਿੱਛੋਂ ਪਤਾ ਲੱਗਦਾ ਉਹ ਤਾਂ ਗੱਲ ਠੀਕ ਹੈ ਮਹਾਰਾਜ ਤੁਹਾਡੀ ਬਾਕੀ ਮਾਲਕ ਹੋ ਤੁਸੀਂ ਆਪਣੀ ਮਰਜ਼ੀ ਦੇ ਭਗਵਾਨ ਕੋਰੇ ਹਫਤੇ ਦੀ ਤਾਂ ਗੱਲ ਹੈ ਸਾਰੀ ਹੁਣ ਮਹਾਂਪੁਰਸ਼ਾਂ ਦਾ ਕਹਿਣਾ ਤਾਂ ਆਪਾਂ ਮੋੜ ਨਹੀਂ ਸਕਦੇ ਨਾ ਠੀਕ ਹੈ ਨਾ ਅੱਛਾ ਮਹਾਰਾਜ ਮੈਂ ਤੁਹਾਡੀ ਜਾਮਣੀ ਤੇ ਆਪਣਾ ਸਮਾਨ ਛੱਡ ਕੇ ਚੱਲਿਆ ਤੁਹਾਡੇ ਕੋਲ ਪੂਰੇ 7 ਦਿਨਾਂ ਬਾਅਦ ਮੋੜ ਦਿਓ ਗਰੀਬ ਨੂੰ ਕਿਤੇ ਨਹੀਂ ਐਤਵਾਰ ਤਾਂ ਲੈ ਜਾ ਆਪਣੀ ਤੀਵੀ ਨੂੰ ਜਿਹੜੇ ਰੋ ਸਣੇ ਤਵਾਰ ਕਿਉਂ ਨਹੀਂ ਬਾਬਾ ਜੀ ਤਵਾਰ ਹੈ ਜੇ ਤਵਾਰ ਨਾ ਹੁੰਦਾ ਤਾਂ ਇਸ ਰਸਤੇ ਤੇ ਪੈਂਦੇ ਅਸੀਂ ਮੂੰਹ ਪਰ ਮਨ ਥਾਲੀ 'ਚ ਪਏ ਪਾਣੀ ਵਾਂਗੂ ਐ ਡੋਲਦਾ ਜਾ ਰਹਿੰਦਾ ਬੰਦੇ ਦਾ ਸਿਆਣੇ ਦਾ ਕਿਹਾ ਤੇ ਔਲੇ ਦਾ 7 ਜਨਮਾਂ ਦਾ ਪਾਪ 7 ਦਿਨਾਂ 'ਚ ਠੀਕ ਕਰਕੇ 7 ਦਿਨਾਂ ਵਿੱਚ ਕੱਟ ਕੇ ਤੇਰੀ ਪਾਨੋਂ ਨੂੰ ਨਾ ਵਰਨਾਓ ਕਰਕੇ ਅਸੀਂ ਖੁਦ ਤੇਰੇ ਘਰੇ ਛੱਡਣ ਆਵਾਂਗੇ ਜਾ ਚਲੇ ਜਾ ਬਾਬਾ ਜੀ ਪਤੇ ਦੀ ਗੱਲ ਸਾਡੇ ਪਿੰਡ 20 ਕਿੱਲੇ ਸ਼ਾਮਲਾਟ ਜ਼ਮੀਨ ਪਈ ਹੈ ਜੀ ਅੱਛਾ ਹਾਂ ਨਾਲੇ ਉੱਥੇ ਜੀ ਇੱਕ ਮਠੀ ਜੀ ਆ ਛੋਟੀ ਜੀ ਵਿੱਚ ਉੱਥੇ ਲੋਕ ਪਿੰਡ ਦੇ ਪੂਜਾ ਪਾਠ ਜੀ ਕਰਨ ਲੱਗ ਜਾਂਦੇ ਵੀ ਟੌਰ ਬਣ ਜੂ ਨਾਲੇ ਤੁਹਾਡੀ ਵੀ ਬੱਲੇ ਬੱਲੇ
ਆਵਾਂਗੇ, ਫਿਰ ਤਾਂ ਜ਼ਰੂਰ ਆਵਾਂਗੇ। ਤੇਰੀ ਭਾਨੋ ਦਾ ਦੁੱਖ ਕੱਟ ਕੇ ਤੇਰੇ ਪਿੰਡ ਵਾਲਿਆਂ ਦਾ ਵੀ ਕਲਿਆਣ ਕਰਾਂਗੇ। ਹੁਣ ਤੂੰ ਜਾ ਮੁਖਤਿਆਰ ਸਿਆਂ, ਅਸੀਂ ਜ਼ਰੂਰ ਆਵਾਂਗੇ। ਤੂੜੀ ਤੰਦ ਸਾਵ ਹਾੜੀ ਵੇਚ ਵੱਟ ਕੇ ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਪੱਗ ਚੱਗਾ ਚਾਦਰਾਂ ਨਵਾਂ ਸਵਾਈ ਕੇ ਸੰਮਾਂ ਵਾਲੀ ਡਾਂਗੀ ਉੱਤੇ ਤੇਲ ਲਾਈ ਕੇ ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਕੱਛੇ ਮਾਰ ਵੰਜਲੀ ਆਨੰਦ ਛਾ ਗਿਆ। ਮਾਰਦਾ 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 ਦੁਆਮੇ ਜੱਟ ਮੇਲੇ ਆ ਗਿਆ, ਮਾਰਦਾ ਦੁਆਮੇ ਜੱਟ ਮੇਲੇ ਆ ਗਿਆ, ਹੋ ਮਾਰਦਾ ਦੁਆਮੇ ਜੱਟ ਮੇਲੇ ਆ ਗਿਆ, ਹੋ ਮਾਰਦਾ ਦੁਆਮੇ ਜੱਟ ਮੇਲੇ ਆ ਗਿਆ। ਬੰਦ ਕਰੋ ਇਹ ਟੋਲ ਟਮਾਕਾ, ਇਹ ਰਾਗ ਰੰਗੇ ਮੇਲੇ ਗੇਲੇ। ਕਾਹਤੋਂ ਬੰਦ ਕਰ ਦਈਏ? ਜੇ ਤੇਰੇ ਕੋਲ ਨਹੀਂ ਨੱਚ ਹੁੰਦਾ ਤਾਂ ਨਾ ਨੱਚ, ਘੱਟੋ ਘੱਟ ਇਹਨੂੰ ਤਾਂ ਨੱਚਣ ਦੇ। ਪਛਤਾਓਗੇ ਤੁਸੀਂ, ਬਹੁਤ ਪਛਤਾਓਗੇ ਤੁਸੀਂ। ਵੇ ਬਾਬਾ, ਤੂੰ ਕੌਣ ਹੁੰਨਾ ਸਾਡੀ ਹਸਤੀ ਵਸਤੀ ਜ਼ਿੰਦਗੀ ਦੇ ਪੈਰਾਂ 'ਚ ਬੇੜੀਆਂ ਪਾਉਣ ਵਾਲਾ? ਸਾਡੀ ਤਾਕਤ ਦਾ ਇਮਤਿਹਾਨ ਲੈਣਾ ਚਾਹੁੰਦੇ ਹੋ ਤੁਸੀਂ? ਓਏ ਕਾਹਨੂੰ ਡੰਡਾ ਠੋਰ ਨਾ ਢੂਹੀ ਘਸਾਈ ਜਾਂਦੇ ਹੋ? ਤੁਸੀਂ ਬਾਬਿਆਂ ਦੀ ਸ਼ਕਤੀ ਨੂੰ ਨਹੀਂ ਜਾਣਦੇ। ਚੁੱਪ ਕਰ ਵੱਡਿਆ ਦਲਾਲਾ, ਆਖਰ 14 ਕੀ ਆ ਤੂੰ? ਤੁਹਾਡੇ ਹੰਕਾਰੇ ਹੋਏ ਪਿੰਡ ਨੂੰ ਸਿੱਧੇ ਰਾਹ ਪਾਉਣ ਲਈ ਭੇਜਿਆ ਗਿਆ ਹਾਂ ਮੈਂ। ਅੱਛਾ, ਤਾਂ ਕਿਹਨੇ ਭੇਜਿਆ ਆਪ ਜੀ ਨੂੰ? ਜਿਹੜਾ ਇਸ ਜਗ੍ਹਾ ਦਾ ਮਾਲਕ ਹੈ ਉਹਨੇ। ਬੱਲਿਓ ਗੱਪੀਆ, ਓਏ ਸ਼ਾਮਲਾਟ ਹੈ, ਇਹਦਾ ਕਿਸੇ ਦਾ ਨਾਂ ਨਹੀਂ। ਪੀਰਾਂ ਨਾਲ ਪੰਗੇ ਨਹੀਂ ਲਈਦੇ, ਜਿਹਦੀ ਇਹ ਥਾਂ ਹੈ ਚੁੱਪਚਾਪ ਉਸ ਨੂੰ ਸੰਭਾਲ ਕੇ ਖਿਸਕ ਜਾਓ ਇੱਥੋਂ। ਨਾ ਕਾਹਤਾ ਖਿਸਕ ਜੇ ਬਾਬਾ ਜੀ, ਇਹ ਥਾਂ ਤਾਂ ਸਦੀਆਂ ਤੋਂ ਖਾਲੀ ਪਈ ਆ। ਇਹ ਥਾਂ ਸਾਂਝੀ ਆ ਸਾਰੇ ਪਿੰਡ ਦੀ। ਪਿੰਡ ਦੇ ਸਾਰੇ ਸਾਂਝੇ ਕੰਮ ਇਸ ਥਾਂ ਤੇ ਹੁੰਦੇ ਸਨ ਬਾਬਾ ਜੀ। ਹੁੰਦੇ ਹੋਣਗੇ, ਹੁੰਦੇ ਰਹੇ ਹੋਣਗੇ, ਪਰ ਹੁਣ ਨਹੀਂ ਹੋਣਗੇ। ਨਾ ਹੁਣ ਕਾਹਤੇ ਨਹੀਂ ਹੋਣਗੇ ਬਾਬਾ ਜੀ? ਇਸ ਕਰਕੇ ਕਿ ਇਸ ਥਾਂ ਦੇ ਮਾਲਕ ਦੀ ਇੱਛਾ ਇਹੀ ਹੈ। ਨਾ, ਜੇ ਪਿੰਡ ਤੇਰਾ ਆਖਾ ਨਾ ਮੰਨੇ ਫੇਰ? ਅੱਖਾਂ ਤੇ ਹੱਥ ਰੱਖ ਰੱਖ ਕੇ ਰੋਇਆ ਕਰੋਗੇ ਤੁਸੀਂ। ਉਹ ਮੇਰਾ ਬਾਪੂ ਕਿਹਾ ਕਰਦਾ ਸੀ ਵੀ ਇਹ ਖਲਵਾੜਾ ਹੈ, ਇੱਥੇ ਲੋਕ ਕਣਕਾਂ ਗਾਇਆ ਕਰਦੇ ਸੀ। ਆਹੋ ਭਾਈ, ਹੁਣ ਇਸ ਥਾਂ ਤੇ ਨਿੱਕੇ ਨਿਆਣੇ ਖੇਡਦੇ ਨੇ ਤੇ ਬੁੱਢੇ ਠੇਰੇ ਆਰਾਮ ਕਰ ਲੈਂਦੇ ਨੇ। ਸੁਣ ਗਿਆ? ਇਹ ਸਰੀਏ ਤੋਂ ਮੇਲਾ ਲੱਗਦਾ ਆ ਰਿਹਾ ਇੱਥੇ। ਮੈਂ ਇਸ ਸਦੀਆਂ ਤੋਂ ਵੀ ਪਹਿਲਾਂ ਦੀ ਗੱਲ ਕਰ ਰਿਹਾ ਹਾਂ, ਸਦੀਆਂ ਪਹਿਲਾਂ ਦੀ। ਇਸੇ ਥਾਂ ਤੇ ਪੀਰ ਦੀ ਦਰਗਾਹ ਹੋਇਆ ਕਰਦੀ ਸੀ। ਰਾਜੇ ਮਹਾਰਾਜੇ, ਵਲੀ ਔਲੀਏ, ਜ਼ੈਲਦਾਰ ਜਗੀਰਦਾਰ ਸਭ ਪੀਰ ਜੀ ਦੀ ਹਾਜ਼ਰੀ ਭਰਿਆ ਕਰਦੇ ਸਨ। ਤੇ ਪੀਰ ਸਾਹਿਬ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਿਆ ਕਰਦੇ ਸਨ। ਇਸੇ ਥਾਂ ਤੇ, ਬਿਲਕੁਲ ਇਸੇ ਥਾਂ ਤੇ ਰਾਤੋਂ ਰਾਤ ਸੰਗੇ ਮਰਮਰ ਦੀ ਦਰਗਾਹ ਉਪਰੀ। ਖੁਦਾ ਦੀ ਮਰਜ਼ੀ, ਪੀਰ ਜੀ ਫੌਤ ਹੋ ਗਏ। ਉਹਨਾਂ ਦੀ ਜਾਣ ਤੋਂ ਮਗਰੋਂ ਇੱਕ ਪਾਪੀ ਹਮਲਾਵਰ ਨੇ ਇਸ ਦਰਗਾਹ ਨੂੰ ਢਹਿ ਢੇਰੀ ਕਰ ਦਿੱਤਾ। ਪੀਰ ਜੀ ਨੇ ਉਸ ਨੂੰ ਸ਼ਰਾਪ ਦਿੱਤਾ ਤੇ ਉਹ ਪਾਪੀ ਹਮਲਾਵਰ ਕੁੱਤੇ ਦੀ ਮੌਤ ਮਾਰਿਆ ਗਿਆ। ਤੇ ਹੁਣ ਤੁਸੀਂ ਪੀਰ ਜੀ ਦੀ ਮਰਜ਼ੀ ਦੇ ਖਿਲਾਫ ਚੱਲ ਰਹੇ ਹੋ। ਨਤੀਜਾ ਜਾਣਦੇ ਹੋ ਇਸ ਦਾ? ਰਹਿਮ ਮੇਰੇ ਮੌਲਾ ਰਹਿਮ। ਬਖਸ਼ ਲੋ ਮਹਾਰਾਜ, ਪਾਪੀਆਂ ਦੇ ਨਗਰ ਨੂੰ ਬਖਸ਼ ਲੋ। ਤੇਰੇ ਕੋਲ ਇਸ ਗੱਲ ਦਾ ਕੀ ਸਬੂਤ ਹੈ ਕਿ ਜਿਹੜੀ ਤੂੰ ਗੱਲ ਕਹਿ ਰਿਹਾ ਸੱਚੀ ਗੱਲ ਹੈ? ਤੇਰੀ ਐਨੀ ਜ਼ਰੂਰਤ ਪੀਰ ਦੀ ਆਖੀ ਗੱਲ ਦਾ ਸਬੂਤ ਮੰਗਦੇ ਹੋ? ਦਿਆਂ ਸਬੂਤ ਤੁਹਾਨੂੰ। ਇਹ ਤਾਂ ਬਾਝੇ ਆ ਮੇਰੇ ਪਿੰਡ ਵਾਲੇ ਲੋਕ। ਮੈਂ ਸਿਆਣਾ ਬਿਆਣਾ ਤੁਹਾਡੇ ਮੂਹਰੇ ਅਰਜ਼ ਕਰਦਾ ਵੀ ਇਹ ਸਬੂਤਾਂ ਦੇ ਪੜੰਗੇ 'ਚ ਪੈ ਕੇ ਕਿਤੇ ਪਿੰਡ ਨੂੰ ਤਬਾਹ ਨਾ ਕਰ ਦਿਓ। ਨਾਲੇ ਸਿਆਣੇ ਦਾ ਕਿਹਾ, ਔਲੇ ਦਾ ਖਾਦਾ, ਪਿੱਛੋਂ ਪਤਾ ਲੱਗਦਾ ਹੈ। ਕਿਉਂ ਬਾਬਾ ਜੀ? ਓਏ ਫਿਰ ਪੁੱਛ ਲੈ ਕੀ ਭਾਲਦਾ ਤੇਰੇ ਵਾਲਾ ਬਾਬਾ, ਕੀ ਚਾਹੀਦਾ ਇਹਨੂੰ? ਮੈਨੂੰ ਨਹੀਂ ਕਾਸੇ ਦੀ ਲੋੜ, ਜੋ ਪੀਰ ਚਾਹੁੰਦਾ ਉਹੀ ਮੈਂ। ਕੀ? ਪੀਰ ਜੀ ਚਾਹੁੰਦੇ ਨੇ ਕਿ ਇਸ ਥਾਂ ਦੀ ਗੰਦਗੀ ਸਾਫ਼ ਹੋਵੇ। ਇਸ ਥਾਂ ਦੇ ਮਾਲਕ ਹੈ ਪੀਰ ਤੇ ਮੈਂ ਭੇਜਿਆ ਹੋਇਆ ਉਹਨਾਂ ਦਾ ਨੁਮਾਇੰਦਾ। ਤੇ ਅੱਜ ਤੋਂ ਬਾਅਦ ਇਸ ਥਾਂ ਤੇ ਪੀਰ ਯਾਨੀ ਕਿ ਮੇਰਾ ਡੇਰਾ ਹੋਏਗਾ। ਇਹੀ ਪੀਰ ਜੀ ਦੀ ਇੱਛਾ ਹੈ। ਗਲਤ, ਬਿਲਕੁਲ ਗਲਤ ਹੈ ਗੱਲ ਇਹ। ਇਹ ਥਾਂ ਸਾਂਝੀ ਆ ਸਾਰੇ ਪਿੰਡ ਦੀ। ਇਸ ਥਾਂ ਦਾ ਕੋਈ ਇੱਕ ਮਾਲਕ ਹੋ ਹੀ ਨਹੀਂ ਸਕਦਾ। ਪਛਤਾਓਗੇ,
ਬਹੁਤ ਪਛਤਾਓਗੇ ਤੁਸੀਂ। ਅਸੀਂ ਇਕੱਠੇ ਬਹਿ ਕੇ ਸੋਚਾਂਗੇ ਸਾਰੇ ਇਹਦੇ ਬਾਰੇ। ਸੋਚੋ, ਜ਼ਰੂਰ ਸੋਚੋ, ਪਰ ਪੀਰ ਜੀ ਦੀ ਕਰੋਪੀ ਦਾ ਜ਼ਰੂਰ ਖਿਆਲ ਰੱਖਣਾ। ਪਰ ਜੇ ਪੀਰ ਜੀ ਦੀ ਥਾਂ ਤੇ ਜ਼ਬਰੀ ਕਬਜ਼ਾ ਰੱਖਿਆ ਗਿਆ ਤਾਂ ਪਿੰਡ ਦੀਆਂ ਜੂਹਾਂ ਵਿੱਚ ਕੁੱਤੇ ਰੋਣਗੇ, ਘਰਾਂ ਦੇ ਚੁੱਲ੍ਹੇ ਠੰਡੇ ਰਹਿਣਗੇ ਤੇ ਰੋਜ਼ ਸ਼ਾਮ ਨੂੰ ਸ਼ਮਸ਼ਾਨਾਂ ਵਿੱਚ ਸਿਵੇ ਬੜਿਆ ਕਰਨਗੇ। ਸਿਵੇ ਰਹਿਮ ਮੇਰੇ ਮੌਲਾ ਰਹਿਮ। ਰਹਿਮ ਨਹੀਂ, ਸਾੜ ਸਤੀ ਆਵੇਗੀ ਇਸ ਪਿੰਡ ਉੱਤੇ। ਸਾੜ ਸਤੀ ਟਾਵੇਂ ਟਾਵੇਂ ਖਰਚ ਦੀਵਾ ਬੜਿਆ ਕਰੂ, ਟਾਵੇਂ ਟਾਵੇਂ ਖਰਚ। ਇਹ ਤੇਰੀ ਧਮਕੀ ਹੈ ਜਾਂ ਸਾਰੇ ਪਿੰਡ ਸਾਹਮਣੇ ਰੱਖੀ ਚੁਣੌਤੀ? ਧਮਕੀ ਨਹੀਂ ਹੈ, ਧਮਕੀ ਨਹੀਂ ਹੈ, ਪਰ ਤਖਤ ਦਿਖਾਈ ਦੇਵੇਗਾ ਤੁਹਾਨੂੰ। ਪਰ ਤਖਤ ਗਿਰਜਾਂ ਮੰਡਰਾਉਂਗੀਆਂ ਪਿੰਡ ਦੇ ਉੱਤੇ, ਗਿਰਜਾਂ। ਪਿੰਡ ਦੀ ਗਲੀਆਂ 'ਚ ਮੌਤ ਨੱਚੂ, ਮੌਤ। ਸੰਤ ਦੇ ਕੇ ਧਮਕੀਆਂ ਤੁਰ ਗਏ, ਸੰਤ ਦੇ ਕੇ ਧਮਕੀਆਂ ਤੁਰ ਗਏ। ਸਾਰਾ ਪਿੰਡ ਸੋਚੀ ਪੈ ਗਿਆ ਦਾਬੇ, ਦਾਬੇ ਸਰਾਪ ਕਿਤੇ ਦੇਣ ਨਾ ਕਰੋਪ ਹੋ ਗਏ ਬਾਬੇ, ਕਰੋਪ ਹੋ ਗਏ ਬਾਬੇ, ਕਰੋਪ ਹੋ ਗਏ ਬਾਬੇ। ਰਾਤ ਪੈ ਗਈ ਤੇ ਸਾਰਾ ਪਿੰਡ ਜੁੜਿਆ, ਰਾਤ ਪੈ ਗਈ, ਰਾਤ ਪੈ ਗਈ ਤੇ ਸਾਰਾ ਪਿੰਡ ਜੁੜਿਆ। ਬੈਠ ਕੇ ਵਿਚਾਰ ਕਰਦਾ ਕੀ ਕਰੀਏ, ਕੀ ਕਰੀਏ। ਪਿੰਡ ਉੱਤੇ ਪੈ ਗਈ ਵਿਪਤਾ ਕਿਵੇਂ ਜਰੀਏ, ਹਾਏ ਕਿਵੇਂ ਜਰੀਏ, ਹਾਏ ਕਿਵੇਂ ਜਰੀਏ, ਹਾਏ। ਹਾਂਜੀ, ਤੁਸੀਂ ਸਾਰੇ ਪਿੰਡ ਦੇ ਮੋਤਬਰ ਬੰਦੇ ਬੈਠੇ। ਬਿਲਕੁਲ। ਅੱਜ ਬੜੀ ਅਜੀਬ ਸਥਿਤੀ ਸਾਡੇ ਸਾਹਮਣੇ ਆ ਕੇ ਖੜੀ। ਐਂ ਲੱਗਦਾ ਬਾਈ ਜੀ ਜਿਵੇਂ ਆਪਣੇ ਘਰਾਂ 'ਚ ਰਹਿਣ ਲਈ ਕਿਸੇ ਬਗਾਨੇ ਤੋਂ ਇਜਾਜ਼ਤ ਲੈਣੀ। ਸਾਰਾ ਪਿੰਡ ਸਹਿਮ ਦੇ ਸਾਏ ਹੇਠ। ਪਰ ਮੇਰਾ ਵਿਚਾਰ ਹੈ ਕਿ ਤੁਹਾਨੂੰ ਸਾਧ ਦੇ ਗਿੱਦੜ ਭਵਕਿਆਂ ਤੋਂ ਨਹੀਂ ਡਰਨਾ ਚਾਹੀਦਾ। ਪਤਾ ਨਹੀਂ ਉਹ ਕੌਣ ਹੈ, ਕਿੱਥੋਂ ਹੈ, ਸੋ ਕਾਲ ਸਾਧ। ਗੱਲ ਤਾਂ ਤੇਰੀ ਠੀਕ ਆ ਲਾਲੀ, ਤੇ ਰਹੀ ਹੈ ਪੀਰ ਵਾਲੀ ਕਥਾ ਦੀ ਗੱਲ। ਮੈਂ ਯੂਨੀਵਰਸਿਟੀ 'ਚ ਆਪਣੀ ਪੜ੍ਹਾਈ ਤੇ ਖੋਜ ਦੇ ਸਿਲਸਿਲੇ 'ਚ ਇਹੋ ਜਿਹੀਆਂ ਥਾਵਾਂ ਤੇ ਘੁੰਮਦਾ ਹੀ ਰਹਿਣਾ। ਇਹ ਪੀਰ ਵਾਲੀ ਕਥਾ ਬਿਲਕੁਲ ਮਨ ਘੜਤ। ਫਿਰ ਇਹ ਸਾਲਾ ਬੂਬਣਾ ਜਿਹਾ ਐ ਕਿਵੇਂ ਆ ਗਿਆ ਇੱਥੇ ਮੂੰਹ ਚੁੱਕੀ? ਓਏ ਸ਼ਾਮਲਾਟ। ਸ਼ਾਮਲਾਟ? ਹਾਂ ਸ਼ਾਮਲਾਟ। ਇਹ ਜੋ ਪਿੰਡ ਦੀ ਸਾਂਝੀ ਥਾਂ ਨਾ, ਇਹ ਬੂਬਨਾ ਸਾਧ ਇਸ ਥਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਦੱਬਣਾ ਚਾਹੁੰਦਾ ਇਸ ਜ਼ਮੀਨ ਨੂੰ। ਅੱਛਾ। ਪਰ ਪਿੰਡ ਵਾਸੀਆਂ ਨੂੰ ਨਾ ਸਾਧ ਦੀ ਇਸ ਚਾਲ ਨੂੰ ਸਫਲ ਨਾ ਹੋਣ ਦਿਓ। ਓਏ ਪਿਛਲਾ ਮੂਰਖੋ, ਓਏ ਤੁਹਾਨੂੰ ਗਮਰਾਹ ਕਰੀ ਜਾਂਦਾ, ਗਮਰਾਹ। ਤੁਸੀਂ ਸਿਰਫ ਆਪਣੇ ਬਾਰੇ ਸੋਚੋ, ਆਪਣੇ ਬਾਰੇ। ਜੇ ਇਹਦੇ ਪਿੱਛੇ ਲਾ ਕੇ ਨਾ ਸ਼ਕਤੀ ਵਾਲੇ ਪੀਰ ਨਾਲ ਟੱਕਰ ਲਵੋਗੇ ਤਾਂ ਤੁਸੀਂ ਆਪਣਾ ਝੁੱਗਾ ਚੌੜ ਕਰਾ ਲੈਣਾ। ਫਿਰ ਦੇਖਾਂਗੇ ਐ ਜਿਵੇਂ ਧੁੰਦ 'ਚ ਗਧਾ ਝਾਕਦਾ ਹੁੰਦਾ। ਓਏ ਗਧਿਓ, ਉਹ ਤੁਹਾਨੂੰ ਇੱਥੇ ਕਿਹਨੇ ਬੁਲਾਇਆ ਓਏ? ਓਏ ਅਸੀਂ ਤਾਂ ਆਪਣੀਆਂ ਗੱਲਾਂ ਜੁੜਦੇ ਰਹੇ, ਤੁਹਾਨੂੰ ਦੇਖਿਆ ਹੀ ਨਹੀਂ। ਮੈਨੂੰ ਐਂ ਦੱਸੋ ਵੀ ਇਹਨਾਂ ਨੂੰ ਬੁਲਾਇਆ ਕਿਹਨੇ ਇੱਥੇ? ਉਹ ਬੁਲਾਉਣਾ ਕਿਸ ਨੇ ਆ? ਸਾਧ ਦੀ CID ਆ, CID। ਓਏ ਕੱਟ ਤਾਂ ਪਿੰਡ ਵਾਲਿਆਂ ਦਾ। ਓਏ ਅੱਜ ਤੋਂ ਅਸੀਂ ਵੀ ਇਸ ਪਿੰਡ ਦੇ ਵਾਸੀ ਆ। ਲੈ ਐ ਕਿਵੇਂ ਤੁਸੀਂ ਪਿੰਡ ਦੇ ਵਾਸੀ ਬਣ ਜੂਗੇ ਬਈ ਬਿਨਾਂ ਰਾਸ਼ਨ ਕਾਰਡ ਤੋਂ? ਬਾਲੀ ਗਰਮੀ ਨਾ ਦਿਖਾ ਓਏ। ਓਏ ਤੁਸੀਂ ਆਪਣੀਆਂ ਗੱਲਾਂ ਕਰੀ ਜਾਓ। ਅਸੀਂ ਕੀ ਕਹਿੰਦੇ ਆ ਤੁਹਾਨੂੰ? ਹਾਂ ਤੁਸੀਂ ਆਪਣੀਆਂ ਗੱਲਾਂ ਕਰੀ ਜਾਓ। ਕਿਆ ਕਿਵੇਂ ਬੋਲਦੇ ਆ? ਓ ਯਾਰ ਇਹ ਤਾਂ ਵੀ ਪਾਣੀ 'ਚ ਵਧਾਣੀ ਪਾ ਲੈਂਦੇ ਨੇ। ਓ ਲਾਲੀ ਤੂੰ ਯਾਰ ਗਾਂ ਗੱਲ ਕਰ ਆਪਣੀ। ਬਾਲੀਆਂ ਗੱਲਾਂ ਕੀ ਕਰਨੇ ਆ? ਮੇਰੀ ਤਾਂ ਬੜੀਓ ਸਪਸ਼ਟ ਜੀ ਰਾਏ ਹੈ ਕਿ ਇਸ ਸਾਂਝੀ ਥਾਂ ਨੂੰ, ਇਸ ਇਤਿਹਾਸਕ ਯਾਦਗਾਰ ਨੂੰ ਇਵੇਂ ਸਾਂਭਿਆ ਜਾਵੇ ਤੇ ਪਿੰਡ ਦੇ ਸਾਰੇ ਸਾਂਝੇ ਕੰਮ ਇੱਥੇ ਹੀ ਹੁੰਦੇ ਰਹਿਣ। ਪਰ ਦੂਜੀ ਰਾਏ ਇਹ ਹੈ ਕਿ ਸਾਧ ਦਾ ਡੇਰਾ ਇੱਥੇ ਕਦੇ ਨਹੀਂ ਵੰਡ ਦੇਣਾ ਚਾਹੀਦਾ। ਹਾਂ ਇਹ ਤਾਂ ਰਹੀ ਮੇਰੀ ਗੱਲ। ਬਾਕੀ ਤੁਸੀਂ ਆਪ ਸਿਆਣੇ ਹੋ, ਪਿੰਡ ਦੇ ਮੋਹਤਬਰ ਬੰਦੇ ਹੋ। ਜਿਹੜੀ ਗੱਲ ਸਹੀ ਲੱਗਦੀ ਉਹ ਕਰ ਲਓ, ਤੇ ਕਿਸੇ ਦੇ ਮਨ 'ਚ ਕੋਈ ਵਿਚਾਰ ਹੈ ਜਾਂ ਕੋਈ ਹੋਰ ਗੱਲ ਹੈ ਉਹ ਬੈਠ ਕੇ ਕਰ ਲਓ। ਆਹੋ ਭਾਈ, ਜੇ ਕਿਸੇ ਦੇ ਕੋਈ ਮਨ 'ਚ ਗੱਲ ਆ ਤਾਂ ਹੁਣ ਕਰ ਲਵੇ। ਬਿਲਕੁਲ ਬਿਲਕੁਲ ਬਿਲਕੁਲ। ਕਰਨਾ ਕੀ ਆ, ਨਵੇੜੋ ਗੱਲ। ਪਿੰਡ ਦੇ 4 ਬੰਦੇ ਜਿਹੜੇ ਟੁੱਕ ਦੋਗੇ, ਉਹ ਜੋ ਫੈਸਲਾ ਕਰਨਗੇ ਮਨਜ਼ੂਰ ਹੈ। ਆ ਗੱਲ ਤੇਰੀ ਠੀਕ ਆ ਕਲਵੰਤੇ। ਦੇਖ ਵੀ ਲਾਲੀ, ਸਾਰਾ ਪਿੰਡ ਤੇਰੀ ਗੱਲ ਨਾਲ ਸਹਿਮਤ ਹੈ, ਪਰ ਮੈਂ ਨਹੀਂ ਸਹਿਮਤ। ਨਾ ਕਿਉਂ? ਉਹ ਤੇਰੇ ਭਾਵੇਂ ਸਾਰਾ ਪਿੰਡ ਕਮਲਾ ਡਿੱਕਾ ਸਿਆ,
ਉਹ ਜਦੋਂ ਸਾਰਾ ਪਿੰਡ ਸਹਿਮਤ ਆ ਤੂੰ ਇਕੱਲਾ ਹੀ ਕਿਉਂ ਸਹਿਮਤ ਨਹੀਂ? ਓਏ ਪੀਰ ਦੀ ਤਾਕਤ ਦਾ ਮੁਕਾਬਲਾ ਕਰਨ ਦੀ ਜਾਨ ਨਹੀਂ ਮੇਰੇ ਚ। ਹੈ ਤਾਂ ਤੁਹਾਡੇ ਵਿੱਚ ਵੀ ਨਹੀਂ। ਐਵੇਂ ਸਾਲੀ ਭੇਡ ਚਾਲ ਆਖੇ ਅੱਗ ਲਾਈ ਡੱਬੂ ਕੰਧ ਤੇ। ਓਏ ਓ ਤਾਂ ਪਿੰਡ ਨੂੰ ਮੌਤ ਦੇ ਮੂੰਹ 'ਚ ਧੱਕਦੇ ਹੋ ਤੁਸੀਂ। ਨਾ ਡਿੱਕਾ ਸਿਆ, ਪਹਿਲਾਂ ਤੂੰ ਮੈਨੂੰ ਐ ਦੱਸ, ਅਸੀਂ ਪਿੰਡ ਦੇ ਦੋਖੀ ਆ? ਓਏ ਜੇ ਦੋਖੀ ਨਹੀਂ ਤਾਂ ਮੈਨੂੰ ਇਹ ਦੱਸੋ ਬਈ ਉਹ ਖਾਲੀ ਪਈ ਥਾਂ ਤੇ ਜੇ ਪੀਰ ਦੀ ਦਰਗਾਹ ਬਣ ਵੀ ਜਾਵੇ ਵੀ ਇਹ ਚ ਹਰਜ ਵੀ ਕੀ ਹੈ? ਬੋਲੋ, ਜਵਾਬ ਦਿਓ। ਓਏ ਵੱਡਿਆ ਵਕੀਲਾ, ਪਹਿਲਾਂ ਤੂੰ ਮੈਨੂੰ ਐ ਦੱਸ ਭਈ ਤੇਰੇ ਕੋਲ ਕੀ ਸਬੂਤ ਹੈ ਵੀ ਇਸ ਜਗ੍ਹਾ ਤੇ ਪੀਰ ਦੀ ਦਰਗਾਹ ਸੀ? ਨਾਲੇ ਇਸ ਗੱਲ ਦਾ ਕੀ ਸਬੂਤ ਆ ਵੀ ਸਦੀਆਂ ਬਾਅਦ ਤੇਰੇ ਪੀਰ ਨੇ ਇਸੇ ਸਾਧ ਨੂੰ ਭੇਜਾ ਮੁਖਤਿਆਰਨਾਮਾ ਦੇ ਕੇ? ਓਏ ਰੱਬ ਤੋਂ ਡਰੋ, ਓਏ ਰੱਬ ਤੋਂ। ਕਿਉਂ ਕੀੜੀਆਂ ਨੂੰ ਖੰਭ ਲੱਗੇ ਨੇ? ਵੱਡੀ ਅਕਲ ਵਾਲਿਓ। ਸਾੜ ਸਤੀ ਤੋਂ ਬਚਣ ਲਈ ਪਿੰਡ ਵਿੱਚ ਇੱਕ ਸੰਤਾਂ ਦਾ ਡੇਰਾ ਹੋਣਾ ਬਹੁਤ ਜ਼ਰੂਰੀ ਹੈ। ਲਓ ਕਰ ਲਓ ਗੱਲ। ਇਹੋ ਕਾਰਨ ਹੈ ਤੁਹਾਡੇ ਪਛੜੇਪਣ ਦਾ। ਤੁਹਾਡੀ ਸੋਚ ਇਹੋ ਖੋਟ ਹੈ। ਪਿੰਡ ਸਕੂਲ ਹੈ ਜਾਂ ਨਹੀਂ ਕਿਸੇ ਨੂੰ ਕੋਈ ਚਿੰਤਾ ਹੀ ਨਹੀਂ। ਜੇ ਫਿਕਰ ਹੈ ਨਾ ਪਿੰਡ 'ਚ ਤਾਂ ਇਹੋ ਜਿਹੇ ਲੋਕਾਂ ਨੂੰ ਇਹੀ ਫਿਕਰ ਹੈ ਕਿ ਪਿੰਡ ਸਾਧ ਦਾ ਡੇਰਾ ਜ਼ਰੂਰ ਹੋਣਾ ਚਾਹੀਦਾ। ਆਹੋ ਜ਼ਰੂਰੀ ਹੋਆ। ਤੈਨੂੰ ਕੋਈ ਤਕਲੀਫ ਹੈ? ਕੱਲ ਦੀ ਭੂਤਨੀ ਸਿਵਿਆਂ ਚੱਦ ਨਾ ਜਿਆਦਾ ਅਸੀਂ ਡੇਰਾ ਬਣਾਉਣਾ ਚਾਹੁੰਦੇ ਆ। ਤੂੰ ਕੌਣ ਹੁੰਨਾ ਵੀ ਸਾਨੂੰ ਰੋਕਣ ਵਾਲਾ ਵੱਡਾ ਕਲੈਕਟਰ? ਓਏ ਅਸੀਂ ਨਹੀਂ ਡੱਕਾ ਸੇ, ਅਸੀਂ ਨਹੀਂ, ਤੂੰ। ਹਾਂ ਆਹੋ ਚੱਲ ਮੈਂ ਹੋ ਸਹੀ, ਮੈਂ ਹੋ ਬਣਾਉਂ ਡੇਰਾ ਇੱਥੇ, ਬਣਾਉਂ ਵੀ ਹਿੱਕ ਦੇ ਜ਼ੋਰ ਨਾਲ। ਨਾ ਫਿਰ ਇਉਂ ਕਰ ਲੈ, ਆਪਣੀ ਨਿਆਏ ਵਾਲੀ ਜ਼ਮੀਨ ਚੋਂ ਦੇ ਲੈ ਇੱਕ ਕਿੱਲਾ, ਜੇ ਤੇਰਾ ਇੰਨਾ ਹੀ ਜੀ ਕਰਦਾ ਡੇਰਾ ਬਣਾਉਣ ਨੂੰ। ਨਾ ਕਾਹਤੇ? ਨਾ ਉਹ ਸ਼ਾਮਲਾਟ ਤੁਹਾਡੇ ਪਿਓ ਦੀ ਆ, ਉੱਥੇ ਹੀ ਬਣਾਉਂ, ਉੱਥੇ ਹੀ ਬਣਾਉਂ। ਲਾ ਲਿਓ ਜ਼ੋਰ ਜਿਹੜਾ ਥੋਤੋਂ ਲੱਗਦਾ। ਐ ਕਿਵੇਂ ਇੱਕ ਤਾਪੜ ਦਾ ਵੱਡਿਆ ਸਾਨਾ? ਜੇ ਕਿਸੇ ਨੂੰ ਹੈ ਰੜਕ ਤਾਂ ਲਕੀਰ ਕੱਢ ਕੇ ਦੇਖ ਲਓ ਕੀ ਭਾਅ ਵਿਖਦੀ ਆ। ਯਾਰ ਇਹਦੇ 'ਚ ਲਕੀਰ ਕੱਢਣ ਵਾਲੀ ਕਿਹੜੀ ਗੱਲ ਹੈ? ਇਹ ਤਾਂ ਆਪੋ ਆਪਣੇ ਵਿਚਾਰ ਨੇ। ਤੁਸੀਂ ਆਪਣੇ ਵਿਚਾਰ ਦੱਸ ਲਓ, ਲੋਕਾਂ ਨੂੰ ਚੰਗੇ ਲੱਗਣਗੇ, ਇਹ ਮੰਨ ਲੈਣਗੇ। ਨਾ ਫਿਰ ਐਂ ਕਿਉਂ ਨਹੀਂ ਕਹਿੰਦਾ ਵੀ ਬੈਠ ਕੇ ਜੁੱਤੀਆਂ ਖਾ? ਓਏ ਮੈਂ ਨਹੀਂ ਡਰਦਾ ਕਿਸੇ ਤੋਂ। ਜੇ ਕਿਸੇ ਚ ਹੈ ਰੜਕ ਤਾਂ ਜੋ ਦੇਖ ਲਓ। ਓਏ ਤੱਥਾ ਫਿਰ ਆ ਵਧੀਆ ਨਾ ਰਬੜ ਦੀ ਜੁੱਤੀ ਪਾਂਗ। ਕੀ ਦੱਸੇਗਾ ਤੂੰ? ਕੀ ਦੱਸੇਗਾ ਤੂੰ? ਫੇਰ ਮੂੰਹ ਤੋਂ ਵੀ ਹੱਥ। ਜੇ ਉਸੇ ਥਾਂ ਤੇ ਡੇਰਾ ਨਾ ਬਣਾਇਆ ਨਾ, ਮੇਰਾ ਨਾਂ ਵੀ ਡਿੱਕਾ ਸਿਓ ਕਿਹਨੇ ਕਹਿਣਾ? ਜਾ ਉਹ ਦੇਖ ਲਾਂਗੇ ਤੈਨੂੰ ਵੱਡੇ ਸਾਹ ਨੂੰ। ਡਿੱਕਾ ਸਿਓ। ਦੇਖੋ ਭਰਾਵੋ, ਯਾਦ ਰੱਖੋ ਮੇਰੀ ਇਹ ਗੱਲ। ਲੜ ਬੰਨ ਲਓ, ਇਹ ਡੇਰੇ ਪਿੰਡ ਦੇ ਸਾਂਝੇ ਸੱਭਿਆਚਾਰ ਨੂੰ ਖਾ ਜਾਂਦੇ ਨੇ। ਡੇਰਾ ਤੇ ਸਾਧ ਸਦੀ ਦੋਵੇਂ ਜੋੜੇ ਭਰਾ ਨੇ। ਜੇ ਡੇਰਾ ਇਸ ਪਿੰਡ ਬਣ ਗਿਆ ਨਾ ਤਾਂ ਸਾਧ ਸਦੀ ਆਏਗੀ ਆਏਗੀ। ਓਏ ਤੁਹਾਨੂੰ ਭੜਕਾਈ ਜਾਂਦਾ। ਤੁਸੀਂ ਆਪਣਾ ਦਿਮਾਗ ਵਰਤੋ। ਤੁਸੀਂ ਕਿਤੇ ਕਮਲੇ ਹੋ। ਦੇਖੋ ਇਹਨੂੰ ਕਰੋ ਪਾਸੇ ਔਰ ਆਪਣੀ ਦੁਬਾਰਾ ਤੋਂ ਰਾਏ ਕਰੋ। ਹਾਂ, ਮੈਨੂੰ ਇਹਦੇ 'ਚ ਵੀ ਕੋਈ ਇਤਰਾਜ਼ ਨਹੀਂ। ਜੇ ਇਹਨਾਂ ਨੂੰ ਇਤਰਾਜ਼ ਹੈ ਨਾ ਤਾਂ ਮੈਂ ਚਲਿਆ ਜਾਣਾ। ਦੇਖੋ ਭਰਾਵੋ, ਮੈਂ ਆਪਣੀ ਗੱਲ ਕਹਿਣੀ ਸੀ ਕਹਿ ਲਈ। ਬਾਕੀ ਮੇਰੇ ਪਿੰਡ ਦੇ ਲੋਕ ਬੜੇ ਸਿਆਣੇ ਨੇ। ਪਿੰਡ ਦੇ ਹਿੱਤ ਜੋ ਵੀ ਗੱਲ ਹੋਵੇ ਉਹ ਫੈਸਲਾ ਕਰ ਲਓ, ਠੀਕ ਹੈ? ਜੇ ਇਹਨਾਂ ਨੂੰ ਇਤਰਾਜ਼ ਹੈ ਤਾਂ ਮੈਂ ਚਲਿਆ ਜਾਣਾ। ਪਰ ਇਹ ਚੇਲੇ ਉਹ ਇਹਨਾਂ ਤੋਂ ਖੂਬ ਡਣਾ। ਚਲੋ ਵੀ ਚਲੋ। ਚੰਗਾ ਬਾਈ। ਉਹ ਛੁੱਟੋ ਯਾਰ। ਬਸ ਰਹਿਣ ਦੋ, ਤੂੰ ਜਾ ਕੇ ਗੁਰਦੁਆਰਾ ਸਾਹਿਬ ਨੂੰ ਆਉਂਦਾ ਵੀ ਲੈ ਰਾਂ ਚੱਲ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਦੀ ਸੱਥ ਵਿੱਚ ਜਿਹੜੀ ਪੰਚਾਇਤ ਜੁੜੀ ਸੀ, ਉਹਨੇ ਬੜੇ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਪਿੰਡ ਦੀ ਸ਼ਾਮਲੜ ਜ਼ਮੀਨ ਤੇ ਸਾਰਾ ਦਾ ਡੇਰਾ ਨਹੀਂ ਬਣੇਗਾ।
ਉਹੀ ਗੱਲ ਹੋ ਗਈ ਲਾਲੀ ਸਿਆਂ ਜਿਹਦਾ ਡਰ ਸੀਗਾ। ਬਾਈ ਦੇਖ ਲੈ ਮੇਜਰਾ, ਪਿੰਡ 'ਚ ਬਾਈ ਇੱਕ ਘਰ ਰੋਟੀ ਨਹੀਂ ਪੱਕੀ। ਨਿਆਣੇ ਸੌਰੀ ਦੇ ਤਾਪ ਚੜਾਈ ਪਏ ਨੇ। ਸਾਡੇ ਤਾਂ ਸਮਝੇ ਨਹੀਂ ਆਉਂਦੀ। ਸਮਝ ਕੀ ਆਵੇ ਯਾਰ, ਸਾਡੀ ਤਾਂ ਅਗਲੇ ਜਵਾਬ ਦੇ ਬੈਠੀ ਐ। ਨੁਕਸਾਨ ਭਲਾ ਕਿੰਨਾ ਕੁ ਹੋ ਗਿਆ ਪਿੰਡ ਦਾ ਆਪਣੇ ਦਾ? ਨੁਕਸਾਨ ਦਾ ਕੀ ਪੁੱਛਣਾ ਲਾਲੀ, ਅਸੀਂ ਸੱਜਰ ਸੂਈ ਮੈਸ ਲਿਆਂਦੀ ਸੀ 16000 ਦੀ, ਵਿਚਾਰੀ ਕਰਮਾ ਮਾਰੀ ਤੜਪ ਤੜਪ ਕੇ ਮੁੱਕ ਗਈ। ਡੈਰੀ ਵਾਲਿਆਂ ਦੇ ਸਾਰੀ ਲੈਣੇ ਲੱਗ ਗਈ। 8 ਮੱਝਾਂ ਸੀ ਫੁੜਕ ਗਈਆਂ। ਚੱਲ ਉਹ ਤਾਂ ਖਬਰੇ ਫਿਰ ਵੀ ਸੰਭਲ ਜਾਣ, ਮੇਰੇ ਗਰੀਬ ਦੀਆਂ ਤਾਂ 13 ਬੱਕਰੀਆਂ ਮਰ ਗਈਆਂ, ਸਾਰਾ ਬਾੜਾ ਖਾਲੀ ਪਿਆ। ਮੇਰੀਆਂ 5 ਬਲੈਤੀ ਗਊਆਂ ਮਿੰਟਾਂ 'ਚ ਗਲਾਂ 'ਚ ਸੰਗਲ ਲਾ ਗਈਆਂ ਮਿੱਤਰਾ। ਤੇ ਲਾਲੀ ਤੇਰੇ ਹਿਸਾਬ ਨਾਲ ਪਹਿਲਾਂ ਭਾਣਾ ਕੀ ਵਾਪਰਿਆ ਹੋ? ਦੇਖੋ ਬਾਈ ਜੀ, ਇਹੋ ਜਿਹੀਆਂ ਘਟਨਾਵਾਂ ਆਪਾਂ ਅਖਬਾਰਾਂ 'ਚ ਪੜ੍ਹਦੇ ਸੁਣਦੇ ਰਹਿੰਦੇ ਆ। ਜਿੱਥੋਂ ਤੱਕ ਮੇਰੀ ਸਮਝ ਕੰਮ ਕਰਦੀ ਆ ਨਾ, ਆਪਣੇ ਡੰਗਰਾਂ ਨੂੰ ਕਿਸੇ ਨੇ ਜ਼ਹਿਰੀਲੀ ਚੀਜ਼ ਖਵਾਈ ਹੈ। ਹਾਂ, ਤੇ ਇਸ ਖੂਨੀ ਕਾਂਡ ਦਾ ਜ਼ਿੰਮੇਵਾਰ, ਇਸ ਖੂਨੀ ਕਾਂਡ ਦਾ ਅਸਲੀ ਜ਼ਿੰਮੇਵਾਰ ਇਹੀ ਹੈ। ਪਿਛਲਕ ਮੂਰਖੋ, ਜੋ ਪਿੰਡ 'ਚ ਨੁਕਸਾਨ ਹੋਇਆ ਹੈ, ਉਹ ਸਿਰਫ ਇਹਦੇ ਕਰਕੇ ਹੋਇਆ ਹੈ। ਅਜੇ ਤਾਂ ਜੋ ਹੋਇਆ ਹੈ, ਉਹ ਨਾਮ ਮਾਤਰ ਹੋਇਆ ਹੈ। ਹੁਣ ਤਾਂ ਹੋਰ ਬਹੁਤ ਕੁਝ ਹੋਣ ਵਾਲਾ ਹੈ। ਮੌਤ ਆਏਗੀ ਪਿੰਡ ਦੀ ਗਲੀਆਂ ਵਿੱਚ, ਬਹੁਤ। ਇਹ ਸਾਡੇ ਬਸ ਤੋਂ ਬਾਹਰ ਦੀ ਗੱਲ ਹੈ। 60 ਸਤੀ ਆਏਗੀ ਪਿੰਡ ਉੱਤੇ, 60 ਸਤੀ। ਜੇ ਪੁੱਲ ਬਖਸ਼ਾਉਣੀ ਹੈ ਤਾਂ ਉਸ ਪੀਰ ਪੈਗੰਬਰ ਕੋਲੋਂ ਬਖਸ਼ੋ, ਜਿਸ ਦਾ ਤੁਸੀਂ ਨਿੰਦਿਆ ਕੀਤੀ ਹੈ, ਚੁਗਲੀ ਕੀਤੀ ਹੈ। ਤੁਸੀਂ ਅੱਗੇ ਲੱਗੋ ਮਹਾਰਾਜ, ਅਸੀਂ ਸਾਰੇ ਤੁਹਾਡੇ ਪਿੱਛੇ ਆ। ਹਾਂਜੀ ਮਹਾਰਾਜ। ਜੇ ਇਹ ਗੱਲ ਹੈ ਤਾਂ ਠੀਕ ਹੈ, ਚਲੋ। ਸ਼ਾਬਾਸ਼, ਇਹੀ ਅਸਲੀ ਢੰਗ ਹੈ ਪੀਰ ਨੂੰ ਬਣਾਉਣ ਦਾ। ਜੇ ਤੁਸੀਂ ਚਾਹੁੰਦੇ ਹੋ ਕਿ ਪੀਰ ਦਿਆਲ ਹੋ ਕੇ ਤੁਹਾਡੇ ਸੰਕਟ ਹਰਨ ਕਰੇ, ਤਾਂ ਸਾਡੀ ਇੱਕ ਸ਼ਰਤ ਹੈ ਕਿ ਅੱਜ ਤੋਂ ਸਾਰਾ ਪਿੰਡ ਇਸ ਪਵਿੱਤਰ ਸਥਾਨ ਦੀ ਮਾਨਤਾ ਕਰੇਗਾ ਤੇ ਇਸ ਕਲੇ ਕਲੇਸ਼ ਦਾ ਜੜ, ਇਹ ਨਾਸਤਕ ਪਿੰਡ ਵਿੱਚੋਂ ਬਾਹਰ ਕੱਢਤਾ ਜਾਵੇ। ਕੱਢਣ ਦੀ ਕੀ ਲੋੜ ਆ ਸੰਤ ਮਹਾਰਾਜ, ਇਹ ਤਾਂ ਇਸ ਪਿੰਡ ਦਾ ਹੈ ਹੀ ਨਹੀਂ। ਉਹ ਤਾਂ ਗੁਰਾਂ ਪੱਤੀ ਵਾਲੇ ਬਖਸ਼ੀਸ਼ ਦਾ ਭਾਣਜਾ ਹੈ। ਮੇਲਾ ਦੇਖਣੇ ਪਿੰਡ 'ਚ ਆਇਆ ਸੀ। ਘਾਲ ਦਿਆਂਗੇ ਸੰਤ ਮਹਾਰਾਜ, ਇਹਨੂੰ ਇਹਦੇ ਪਿੰਡ ਘਾਲ ਦਿਆਂਗੇ। ਬਹੁਤ ਸਿਆਣੀ ਗੱਲ ਕੀਤੀ ਹੈ ਤੂੰ। ਬਿਲਕੁਲ ਇਸੇ ਤਰ੍ਹਾਂ ਸਾਰਾ ਪਿੰਡ ਪੀਰ ਜੀ ਦੇ ਮੁਤਾਬਕ ਚੱਲੇਗਾ, ਨਹੀਂ ਤਾਂ ਰਹਿਮ ਸੰਤ ਮਹਾਰਾਜ, ਰਹਿਮ ਕਰੋ ਸੰਤ ਮਹਾਰਾਜ, ਰਹਿਮ ਕਰੋ। ਅੱਜ ਵੀਰਵਾਰ ਹੈ, ਪੀਰ ਦਾ ਦਿਨ। ਅੱਜ ਤੋਂ ਹੀ ਇਸ ਸਥਾਨ ਦੀ ਪੂਜਾ ਸ਼ੁਰੂ ਕਰ ਦਿਓ। ਵੀਰਵਾਰ ਦੇ ਵੀਰਵਾਰ ਪੀਰ ਜੀ ਆਪ ਹਾਜ਼ਰ ਹੋਇਆ ਕਰਨਗੇ, ਪਰ ਇਸ ਤੋਂ ਪਹਿਲਾਂ ਇਸ ਅਹਿਮਕ ਨੂੰ ਇਸ ਪਿੰਡ ਵਿੱਚੋਂ ਭਜਾ ਦਿਓ, ਨਹੀਂ ਤਾਂ ਰਹਿਮ ਕਰੋ ਸੰਤ ਮਹਾਰਾਜ, ਰਹਿਮ ਕਰੋ। 60 ਸਦੀ ਦਾ ਦਹਿਲ ਮੇਰੇ ਲੋਕਾਂ ਦੇ ਮਨਾਂ 'ਚ ਵਸਾ ਕੇ ਆਪਣੀ ਸਾਜ਼ਿਸ਼ ਨੂੰ ਸਫਲ ਬਣਾਉਣ ਵਾਲਿਆ, ਤੇਰੇ ਇੱਕ ਕਰਮਾਂ ਦਾ ਭਾਂਡਾ ਇੱਕ ਦਿਨ ਚਾਹ ਭੰਨਾਗਾ। ਇਹ ਲੋਕ ਤਾਂ ਸਿਰਫ ਤੇਰੀ ਸ਼ਤਰੰਜ ਦੀ ਚਾਲ ਦੇ ਮੋਹਰੇ ਨੇ, ਤੇ ਇਹ ਖੇਡ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ। ਤੇ ਇੱਕ ਦਿਨ ਇਹ ਪਲਟਣਗੇ, ਤੇ ਜਿਸ ਦਿਨ ਇਹ ਪਲਟ ਗਏ ਤੈਨੂੰ ਵੀ ਪਲਟ ਦੇਣਗੇ। ਮੈਂ ਜਾ ਰਿਹਾ, ਮੈਂ ਇੱਕ ਦਿਨ ਜ਼ਰੂਰ ਪਰਤਾਂਗਾ ਤੇਰੇ ਛਲ ਤੇ ਕਪਟ ਨਾਲ ਆਖਰੀ ਜੰਗ ਲੜਨ ਲਈ। ਮੈਂ ਪਰਤਾਂਗਾ, ਮੈਂ ਜ਼ਰੂਰ ਪਰਤਾਂਗਾ। ਦੇਖ ਲਿਓ ਫਿਰ 60 ਸਦੀ ਕਿਵੇਂ ਨਾ ਆਵੇ। ਅਸੀਂ ਤੁਹਾਡੀ ਕਾਲੀ ਗਊਆਂ ਸੰਤ ਮਹਾਰਾਜ, ਕਾਲੀ ਗਊਆਂ ਤੁਹਾਡੀ ਸੰਤ ਮਹਾਰਾਜ, ਕਾਲੀ ਗਊਆਂ ਸੰਤ ਮਹਾਰਾਜ। ਤੇ ਇਸ ਪਵਿੱਤਰ ਸਥਾਨ ਤੇ ਪੀਰ ਜੀ ਦੀ ਮਹਿਮਾ ਦੇ ਗੁਣਗਾਨ ਕਰਨ ਲਈ ਡੇਰੇ ਦੀ ਉਸਾਰੀ ਆਰੰਭੀ ਜਾਵੇ। ਸਾਰਾ ਪਿੰਡ ਟੋਕਰੀਆਂ ਕਈਆਂ ਲੈ ਕੇ ਕਾਰ ਸੇਵਾ ਵਿੱਚ ਜੁੜ ਜਾਵੇ। ਪੀਰਾਂ ਦੀ ਸੇਵਾ ਕਦੇ ਵੀ ਆਲੀ ਨਹੀਂ ਜਾਂਦੀ। ਜੋ ਹੁਕਮ ਸੰਤ ਮਹਾਰਾਜ, ਜੋ ਹੁਕਮ ਸੰਤ ਮਹਾਰਾਜ, ਜੋ ਹੁਕਮ ਸੰਤ ਮਹਾਰਾਜ।
ਪੁੱਛ ਹਜ਼ਰਤ ਬਲੀ ਸਾਹਿਬ ਦੇ ਬਾਰ ਬ੍ਰਹਮ ਗਿਆਨੀ ਪਰਮ ਪੂਜਿਆ 1008 ਸੰਤ ਮਹਾਰਾਜ ਸੰਤ ਚਤਰ ਸੈਨ ਜੀ ਤਸ਼ਰੀਫ ਲਿਆ ਰਹੇ ਨੇ। ਸੰਗਤ ਲਈ ਕੀ ਹੁਕਮ ਹੈ ਸੰਤ ਮਹਾਰਾਜ? ਸੰਗਤ ਲਈ ਹੁਕਮ ਹੈ ਕਿ ਉਹ ਦੂਰ ਦੂਰ ਤੱਕ ਡੇਰੇ ਦੀ ਮਹਿਮਾ ਗਾਏ ਤਾਂ ਕਿ ਵੱਧ ਤੋਂ ਵੱਧ ਤਾਦਾਦ ਵਿੱਚ ਲੋਕ ਸਾਡੇ ਡੇਰੇ ਆਉਣ ਤੇ ਆਪਣਾ ਕਸ਼ਟ ਨਿਵਾਰਨ ਕਰਨ। ਸੰਤ ਮਹਾਰਾਜ ਵੱਲੋਂ ਖੁੱਲ੍ਹ ਹੈ, ਜੇ ਕਿਸੇ ਦੁਖੀ ਆਤਮਾ ਨੇ ਕੋਈ ਪ੍ਰਸ਼ਨ ਪੁੱਛਣਾ ਹੋਵੇ ਤਾਂ ਬੇਝਿਜਕ ਹੋ ਕੇ ਪੁੱਛੇ, ਸੰਤ ਮਹਾਰਾਜ ਜੀ ਇਲਾਜ ਦੱਸਣਗੇ। ਮੈਂ ਬਹੁਤ ਦੁਖੀ ਹਾਂ ਸੰਤ ਮਹਾਰਾਜ। ਬੋਲ, ਕੀ ਤਕਲੀਫ ਹੈ ਤੈਨੂੰ? ਮਹਾਰਾਜ ਮੇਰੇ ਘਰ ਵਿੱਚ ਕਲੇਸ਼ ਰਹਿੰਦਾ ਹੈ। ਘਰ ਤਾਂ ਨਰਕ ਬਣਿਆ ਪਿਆ ਮਹਾਰਾਜ। ਮੇਰੀ ਘਰਵਾਲੀ ਮੇਰੇ ਕਹਿਣੇ ਤੋਂ ਬਾਹਰ ਹੈ ਮਹਾਰਾਜ। ਉਹ ਤਾਂ ਜੇ ਝੱਗਾ ਚੱਕੀਏ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਮਹਾਰਾਜ ਮੈਨੂੰ ਤਾਂ ਉਹਦੇ ਚਾਲ ਚੱਲਣ ਤੇ ਵੀ ਸ਼ੱਕ ਹੈ ਮਹਾਰਾਜ। ਮੂਰਖ ਇਨਸਾਨ, ਇੰਜ ਨਹੀਂ ਕਹੀਦਾ। ਪਤੀ ਪਤਨੀ ਗੱਡੀ ਦੇ ਦੋ ਪਹੀਏ ਹੁੰਦੇ ਨੇ ਤੇ ਸ਼ੱਕ ਉਹ ਕੌਣ ਹੈ ਜਿਹੜਾ ਤੁਰੇ ਨੂੰ ਖਾ ਜਾਂਦਾ ਹੈ। ਫਿਰ ਮੈਂ ਕੀ ਕਰਾਂ ਮਹਾਰਾਜ? ਆਪਣੀ ਪਤਨੀ ਨੂੰ ਡੇਰੇ ਦੀ ਸੇਵਾ ਵਾਸਤੇ 1.5 ਮਹੀਨੇ ਵਾਸਤੇ ਭੇਜ ਦੇ। ਬਾਕੀ ਔਰਤਾਂ ਨਾਲ ਸੇਵਾ ਕਰੇਗੀ, ਪੀਰ ਭਲੀ ਕਰਨਗੇ। ਇਸ ਦੁਖੀ ਆਤਮਾ ਲਈ ਕੀ ਸੇਵਾ ਹੈ ਸੰਤ ਮਹਾਰਾਜ? 5000 ਇੱਟ ਡੇਰੇ ਦੀ ਉਸਾਰੀ ਵਾਸਤੇ 15 ਦਿਨਾਂ ਵਿੱਚ ਪਹੁੰਚ ਜਾਣੀ ਚਾਹੀਦੀ ਹੈ, ਨਹੀਂ ਤਾਂ ਸਾੜ ਸਤੀ। ਜੋ ਹੁਕਮ ਸੰਤ ਮਹਾਰਾਜ। ਅਗਲਾ ਫਰਿਆਦੀ ਹਾਜ਼ਰ ਹੋ। ਬਾਬਾ ਜੀ ਸਾਡਾ ਤਾਂ ਗੋਰਖ ਹੀ ਗੁੱਸੇ ਹੋ ਗਿਆ। ਬੀਬੀ ਬੁਝਾਰਤਾ ਨਾ ਪਾ, ਸਿੱਧੀ ਤਰ੍ਹਾਂ ਦੱਸ ਕੀ ਤਕਲੀਫ ਹੈ? ਕੀ ਦੱਸਾਂ ਜੀ, ਕਿੰਨੇ ਦਿਨ ਹੋ ਗਏ ਸਾਡੀ ਮੈਸ ਨਹੀਂ ਦੁੱਧ ਦਿੰਦੀ, ਧੋਖੇ ਕਰੀ ਜਾਂਦੀ ਹੈ। ਜਮਾ ਹੀ ਦੁੱਧ ਸੁਕਾ ਗਈ ਬਾਬਾ ਜੀ, ਕੋਈ ਉਪਾਅ ਤਾਂ ਦੱਸੋ। ਐਲਾ ਬੀਬੀ 5 ਬੂੰਦਾਂ 4 ਵਾਰੀ ਦਿਨ ਚ ਪਾਣੀ ਚ ਮਿਲਾ ਕੇ ਮੱਝ ਨੂੰ ਪਿਲਾ ਦੀ। ਸੁਣ, ਚੰਗਾ ਚਾਰਾ ਪਾਈ, ਪੀਰ ਜੀ ਭਲੀ ਕਰਨਗੇ। ਜੋ ਆਗਿਆ ਸੰਤ ਜੀ। ਇਸ ਦੁਖੀ ਆਤਮਾ ਲਈ ਕੀ ਸੇਵਾ ਹੈ ਸੰਤ ਮਹਾਰਾਜ? 7 ਦਿਨ ਮੱਝ ਦਾ ਦੁੱਧ ਡੇਰੇ ਪਹੁੰਚਾਉਣ, ਸੰਗਤ ਛਕੇਗੀ। ਬਸ ਇੰਨੀ ਕੇ ਸੇਵਾ ਸੰਤ ਮਹਾਰਾਜ। 7 ਥੈਲੇ ਸੀਮੈਂਟ ਦੇ, ਨਹੀਂ ਤਾਂ ਸਾੜ ਸਤੀ। ਜੀ ਜੋ ਆਗਿਆ ਸੰਤ ਮਹਾਰਾਜ। ਹੁਣ ਕਵੇਲਾ ਬਹੁਤ ਹੋ ਗਿਆ, ਬਾਕੀ ਦੁਖੀ ਆਤਮਾਵਾਂ ਅਗਲੇ ਵੀਰਵਾਰ ਮਿਲਣ। ਹੁਣ ਸੰਤ ਮਹਾਰਾਜ ਜੀ ਆਰਾਮ ਕਰਨਗੇ। कौन का वक्त है पूजा दे वक्त? मैं आई मुख्तार अमली, भगवान कौर दा पहला घर वाला। की लेना है ऐसे? अपनी जनानी बाबा जी, बथेरी होगी सेवा, हुण मोड़ दो मेरी जनानी, नाले थोनू फोर सेवकनियां बहुत। चल ले जा जी जांदी है। चल भगवान करे, उस चलिए छजुए चवारे। ਮੇਰੀ ਤਾਂ ਹੁਣ ਗੁਰਚਰਨਾ ਚੱਲੀ ਲੱਗੀ ਹੈ। ਮੋਹ ਟੁੱਟ ਗਿਆ ਦੁਨੀਆਦਾਰੀ ਤੋਂ। सच्ची गल काते नहीं कहंदी जे गिरीश्वारे लागे तेरे नू, फिर सुके टुक्का मल कौन झाकदा है?
ਪਰ ਭਗਵਾਨ ਕੋ ਨੇ ਸਿਆਣੇ ਦਾ ਕਿਹਾ ਕੁਛ ਪਤਾ ਨਹੀਂ ਲੱਗਣਾ। ਇੱਕ ਚੁੱਪ 100 ਸੁੱਖ। ਮੈਂ ਤਾਂ ਆਪਣੀ ਜ਼ੁਬਾਨ ਨਹੀਂ ਖੋਲਦਾ ਬਾਬਾ ਜੀ, ਪਰ ਤੁਸੀਂ ਵੀ ਤਾਂ ਮੰਨੋ ਕਿਸੇ ਦੀ। ਬਾਬਾ ਜੀ ਅੱਜ ਨੇ ਬੈਂਕਾਂ ਨੇ ਬ੍ਰਾਂਚ ਬੂੰਚ ਹੀ ਖੋਲਦੇ ਆ, ਏਦਾਂ ਤੁਸੀਂ ਵੀ ਕੋਈ ਬ੍ਰਾਂਚ ਹੀ ਖੋਲ ਦਿਓ ਡੇਰੇ ਦੀ। ਐਵੇਂ ਨਹੀਂ ਚੱਲਦੇ ਡੇਰੇ। ਬਾਬਾ ਜੀ ਭਗਵਾਨ ਕੌਰ ਤੁਹਾਡੇ ਕੋਲ ਰਹਿ ਕੇ ਖਾਸਾ ਕੁਛ ਹੈਗੀ ਤੁਹਾਡੇ ਵਾਲਾ ਧੰਦਾ, ਠੀਕ ਹੈ ਨਾ। ਅਸੀਂ ਦੋਵੇਂ ਜੀ ਤਾਂ ਨਹੀਂ ਭੁੱਖੇ ਮਰਦੇ। ਨਾਲੇ ਬਾਬਾ ਜੀ ਪਿੰਡ 'ਚ ਮੇਰੀ ਵੀ ਤੋਏ ਤੋਏ ਹੋਈ ਪਈ ਆ, ਜਰਾ ਦੂਰ ਰਹਾਂਗੇ ਗੱਲ ਢਕੀ ਢਕਾਈ ਰਹਿ ਜੂ। ਸੌਦਾ ਮਨਜ਼ੂਰ। ਤੈਨੂੰ ਕੋਈ ਵੀ ਕੰਮ ਹੋਵੇ ਤੂੰ ਭਗਵਾਨ ਕੌਰ ਨੂੰ ਦੱਸ ਦੀ। ਸਾਨੂੰ ਤੇਰੇ ਤੱਕ ਕੰਮ ਹੋਇਆ ਅਸੀਂ ਭਗਵਾਨ ਕੌਰ ਨੂੰ ਦੱਸ ਦਾਂਗੇ। ਸਾਨੂੰ ਪਤਾ ਹੈ ਕਿ ਤੂੰ ਭਗਵਾਨ ਕੌਰ ਦਾ ਕਿਹਾ ਤਾਂ ਕਦੇ ਟਾਲ ਹੀ ਨਹੀਂ ਸਕਦਾ। ਇਹ ਤਾਂ ਸੱਚ ਹੈ ਬਾਬਾ ਜੀ। ਸਰਦਾਰ ਮੁਖਤਿਆਰ ਸਿੰਘ ਬਈ ਇਹਨਾਂ ਦਿਨਾਂ 'ਚ ਚਾਂਸ ਹੈ ਕਿ ਪੀਰ ਮਿਹਰ ਕਰੇ, ਕੁਝ ਵੱਡੇ ਬੰਦਿਆਂ ਨੇ ਆਉਣਾ ਹੈ। ਇੱਕ ਵਾਰ ਆ ਗਏ ਤਾਂ ਇਲਾਕੇ ਸਾਡੀ ਬੱਲੇ ਬੱਲੇ ਹੋ ਜੂ। ਬਸ ਇੱਕ ਵਾਰ ਇਹ ਸਥਾਨ ਤੇ ਸਾਡੇ ਪੱਕੇ ਪੈਰ ਜੰਮ ਜਾਣ, ਫਿਰ ਭਗਵਾਨਪੁਰ ਦੀ ਬ੍ਰਾਂਚ ਬਾਰੇ ਵੀ ਸੋਚ ਲਿਆਂਗੇ। ਮੁਖਤਿਆਰ ਸਿੰਘ ਹੁਣ ਸਾਨੂੰ ਭਜਨ ਕਰਨ ਦੇ, ਤੂੰ ਜਾ ਬਾਹਰ ਮੁੰਡਿਆਂ ਨੂੰ ਆਖੀ ਸਿਕਿਉਰਿਟੀ ਟਾਈਟ ਰੱਖਣ, ਕੁਝ VIP ਆਉਣ ਵਾਲੇ ਆ। ਹਾਂ ਜਾ। ਸੰਤਾਂ ਦਾ ਡੇਰਾ ਤੇ ਲੀਡਰ ਦਾ ਫੇਰਾ, ਇਹ ਵੋਟਾਂ ਦਾ ਝੇੜਾ ਤੇ ਭੁੱਲ ਕੇ ਵਖੇੜਾ। ਓਟ ਤੁਹਾਡੀ ਤੱਕੀ ਹੈ ਸੰਤੋ, ਵੋਟ ਆ ਸਾਡੀ ਪੱਕੀ ਹੈ ਸੰਤੋ। ਜੈ ਜੈਕਾਰ ਬਾਰੰਬਾਰ, ਜੈ ਜੈਕਾਰ ਬਾਰੰਬਾਰ, ਜੈ ਜੈਕਾਰ ਬਾਰੰਬਾਰ, ਜੈ ਜੈਕਾਰ ਬਾਰੰਬਾਰ। ਰੰਗ ਬਿਰੰਗੇ ਲੀਡਰ ਆਉਂਦੇ, ਬਾਬਾ ਜੀ ਨੂੰ ਸੀਸ ਝੁਕਾਉਂਦੇ। ਬਾਬੇ ਬੁੱਲਾਂ ਅੰਦਰ ਹੱਸਦੇ, ਢਿੱਡ ਦੀ ਗੱਲ ਚੇਲਿਆਂ ਨੂੰ ਦੱਸਦੇ। ਬਾਬੇ ਬੁੱਲਾਂ ਅੰਦਰ ਹੱਸਦੇ, ਢਿੱਡ ਦੀ ਗੱਲ ਚੇਲਿਆਂ ਨੂੰ ਦੱਸਦੇ। ਓ ਹੋ 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 ਓ ਹੋ 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 ਹੋ। ਦੋਨੋਂ ਕੁਝ ਗਏ ਨੇ ਬਾਹਰ, ਇਹ ਕੈਸੀ ਲੀਲਾ ਕਰਤਾਰ। ਸਾਡੀ ਤੇ ਇਹਨਾਂ ਦੀ ਯੁੱਗਾਂ ਦੀ ਯਾਰੀ, ਦੋਨੋਂ ਸ਼ਿਕਾਰੀ ਤੇ ਲੁੱਟ ਰਹੀ ਜਨਤਾ ਵਿਚਾਰੀ। ਦੋਨੋਂ ਕੁਰਸੀ ਪਿੱਛੇ ਲੜਦੇ ਫੋਲਣ ਪਰਦੇ, ਅਸੀਂ ਇਹਨਾਂ ਤੇ ਇਹ ਸਾਡੇ ਤੇ ਨਿਰਭਰ ਕਰਦੇ। ਜਦੋਂ ਇੱਕ ਫਸਦਾ ਤੇ ਜਾਲ ਕੁਤਰਦੇ। ਇਹਨਾਂ ਨੂੰ ਵੋਟਾਂ ਦੀ ਲੋੜ ਤੇ ਸਾਨੂੰ ਹੈ ਸੁਰੱਖਿਆ ਦੀ ਲੋੜ। ਕਿਉਂ ਬਾਲ ਕੇ ਸਮਝੇ ਕਿ ਨਾ? ਹਾਂ ਜੀ ਹਾਂ। ਕਿਉਂ ਵੀ ਜਗਿਆ? ਉਹ ਮੈਂ ਗਿਆ ਹਾਂ ਬਈ ਬੱਗਿਆ। ਉਹ ਦੇਖੀ ਬਾਬਿਆਂ ਦੀ ਲੀਲਾ। ਉਹ ਮੈਂ ਗਿਆ ਧਾਨਾਂ ਦੇ ਹੀਲੇ ਧਰ ਗਿਆ ਨੀਲਾ। ਉਹ ਘਰੇ ਸਾਰੀ ਦਿਹਾੜੀ ਮਿੱਟੀ ਨਾ ਮਿੱਟੀ ਹੋ ਗਏ, ਸ਼ਾਮ ਨੂੰ ਸਾਲੇ ਛਿੱਤਰੇ ਪੈਂਦੇ ਸੀਗੇ। ਇੱਥੇ ਸਾਰੀ ਦਿਹਾੜੀ ਵਿਹਲੇ ਰਹੀਦਾ, ਸ਼ਾਮ ਨੂੰ ਸੁੱਕੇ ਮੇਵੇ ਮਿਲਦੇ ਆ, ਸੁੱਕੇ ਮੇਵੇ। ਓਏ ਹਰ ਤਰ੍ਹਾਂ ਦੀ ਮੌਜ, ਲਹਿਰਾਂ ਬਹਿਰਾਂ। ਮੈਂ ਕਿਹਾ ਜੇਬਾਂ ਬੁੱਲ, ਦੁੱਧ ਘਿਓ ਦੀਆਂ ਨਹਿਰਾਂ। ਇਹਨੂੰ ਕਹਿੰਦੇ ਨੇ ਸੰਤਨ ਕੀ ਲੀਲਾ, ਧਾਨਾਂ ਦੇ ਹੀਲੇ ਧਰ ਗਿਆ ਢੀਲਾ।
वो मैं मर जा। नी मेरे बाल मुरे टूना कौन कर गई? नी गेजो, नी गेजो, नी गेजो। की हो गया तेनू? नी जावटी दी है मेरे दरा मुरे टूना करके आप अंदर वड़ गई। अंदर मैं तेरे जानदे नु रोनी आ। नी आही ने किसी को किसे तो करा के मेरे दरा च किने सुट्टा मैं भी भुल्ली नहीं। खट जा हंकारी होई है तेरे हंकारी होई दे। हराम जाद गए तू तेरा तेरी पट्टी में खोले तेरी हराम जादी दी। निकल बाहर हम जादी ना होवे। किथे लहू पीता है? करतारे आई हो कलवंते आई हो भज के आग लागी हो मेरे साले दी आता बोलती होनी है आग लागी हो आग आता साला लोड़ा ही आ गया मेरे को तीन दिहाड़े आग होए ओ आई हो कलवंते आ भज के आई ओए ओ आई कलवंते आता साला लोड़ा ही आ गया लोड़ा ही ओ होना किया चंगे भले कपड़े सुका के ओ चंगा हो गया ओ चंगे भले कपड़े सुका के ट्रंक ते रखे आ सालियां नु लांबू लग गया ओ बच्चा मेरे साले दिए ओ कौन है? की हो गया बलदेव राणा या पाई जाना मैं यार हद हो गई यार मैं इतने बड़ा रोटी खाना यार पता नहीं साला कित्थों रोड़ा या एडा बड़ा आ देख यार आ घड़ा भल गया मैं तो समझ नहीं होया कि नहीं यार इतने पिंड दे विच कमाल हो गई यार इत्थे बूनी में मर गई है कि पाना वरत गया। की हो गया? आ देख ले सवेरे में कपड़े धो के सुकने पाए सी लोड आई है ते लीरो लीरो होए फिरदे ने। ओए आ की होई जांदा? ना कोई नेड़े ना कोई तेड़े किसने ते कैंची फेरी होगी। इधर रोंदे लोक विचारे उधर चेले लैन नजारे ओ रगड़े ते रगड़ा छड़ पाई झगड़ा भंग साडे अंग संग भुकी फीम हर रंग ओ रगड़े ते रगड़ा ओ छड़ पाई झगड़ा भंग साडे अंग संग भुकी फीम हर रंग ठा रगड़ा। ਬਾਲ ਕਿਓ जी महाराज ਖੁੱਲੇ ਗੱਫੇ ਵਰਤਾਇਆ ਕਰੋ ਪਿੰਡ ਵਾਲਿਆਂ ਨੂੰ ਤਾਂ ਕਿ ਦਿਨ ਢਲਦੇ ਨਾਲ ਪਿੰਡ ਵਾਲੇ ਸਾਡੇ ਡੇਰੇ ਵੱਲ ਭੱਜੇ ਚਲੇ ਆਉਣ। जो हुक्म संत महाराज। ਬਾਲਕਿਓ जी महाराज। ਇਹ ਅਸੀਂ ਕੀ ਵੇਖ ਰਹੇ ਹਾਂ? संत महाराज एक बालकी आ रही है पीर दे डेरे नू सिद्धी। ਅਸੀਂ ਬਹੁਤ ਦੁਖੀ ਆ ਸੰਤ ਮਹਾਰਾਜ। ਸਾਡੀ ਇੱਕੋ ਇੱਕ ਧੀ ਨੂੰ ਕੋਈ ਸ਼ਾਇਦ ਤੰਗ ਪਰੇਸ਼ਾਨ ਕਰਦੀ ਹੈ ਮਹਾਰਾਜ। ਉੱਚੀ ਉੱਚੀ ਪਾਗਲਾ ਵਾਂਗੂ ਰੋਣ ਲੱਗ ਪੈਂਦੀ ਹੈ ਪਾਗਲਾ ਵਾਂਗੂ। ਕੀ ਮੰਗਦੀ ਹੈ ਸ਼ਹਿ? ਬਸ ਇੱਕੋ ਰੱਟ ਲਾਈ ਹੋਈ ਹੈ ਕਿ ਮੈਂ ਗੁਲਾਬੀ ਚੁੰਨੀ ਲੈਣੀ ਹੈ। ਫਿਰ ਅਸੀਂ ਲੈ ਕੇ ਵੀ ਦਿੱਤੀ ਪਰ ਚੀਜ਼ ਇਹਦਾ ਪਿੱਛੇ ਨਹੀਂ ਛੱਡਦੀ। ਅਜੇ ਵੀ ਆਖੀ ਜਾਂਦੀ ਹੈ ਮੈਂ ਗੁਲਾਬੀ ਚੁੰਨੀ ਲੈਣੀ ਹੈ। ਹਾਂ ਮੈਂ ਗੁਲਾਬੀ ਚੁੰਨੀ ਲੈਣੀ ਆ। ਬਹੁਤ ਬੜੀ ਸ਼ੈ ਚਿਬੜੀ ਹੋਈ ਹੈ ਤੁਹਾਡੀ ਧੀ ਨੂੰ। ਸਾਡੀ ਧੀ ਨੂੰ ਰਾਜੀ ਕਰ ਦਿਓ ਸੰਤ ਮਹਾਰਾਜ। ਬਾਲਕਿਓ ਜੀ ਮਹਾਰਾਜ ਲਿਆਓ ਜਰਾ ਚਿੰਨ ਪਗਾਉਣ ਵਾਲਾ ਸਲੋਤਰ ਸਿੰਘ। जो हुक्म संत महाराज। बालकियो लगाओ जरा पीर दी चौकी। जयकारा सार सती दा बोल बाबा चरण सैन दी बोल संग ते जय बड़े बाबियां दी बोल
फिर करेंगी जिद? ਛੱਡ ਦਿਓ ਮੈਂ ਆਪਣੇ ਘਰ ਜਾਣਾ ਚਾਹੁੰਦੀ ਆ ਮਾਫੀ ਦਿਓ ਮਹਾਰਾਜ, ਛੱਡ ਦਿਓ ਵਿਚਾਰੀ ਨੂੰ। ਸਾਤੋਂ ਸਾਡੀ ਧੀ ਦਾ ਹਾਲ ਦੇਖਿਆ ਨਹੀਂ ਜਾਂਦਾ ਮਹਾਰਾਜ। ये ਤੁਹਾਡੀ ਧੀ नहीं बोल रही, ਇਹਦਾ ਵੀ ਸਾਹ बोल रही है। ਛੱਡ ਦੇ ਸਾਹ ਨੂੰ ਖੁੱਲਾ। ਹਾਂ ਮੈਂ ਘਰ ਜਾਣਾ ਚਾਹੁੰਦੀ ਆ ਮੈਨੂੰ ਛੱਡ ਦਿਓ ਮੈਂ ਘਰ ਜਾਣਾ ਚਾਹੁੰਦੀ ਆ ਜ਼ਰੂਰ ਛੱਡਾਂਗੇ, ਪਰ ਪਹਿਲਾਂ ਪੀਰ ਜੀ ਦੀ ਕਬਰ ਤੇ ਮੱਥਾ ਤਾਂ ਟੇਕ ਲੈ। ਚੱਲ 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 ਚੱਲ। ਇੱਕ ਕੂੰਜ ਕੁਰਲਾਵੇ ਕਿਹੜਾ ਕੂਕ ਸੁਣੇ ਉਹਦੇ ਦਿਲ ਦੀ ਵੇਦਨਾ ਦੀ ਥਾਪਾਵੇ ਦਰਦ ਹੰਡਾਵੇ ਹੌਂਕੇ ਹਾਵੇ ਕਿਹੜਾ ਹੂਕ ਸੁਣੇ ਇੱਕ ਕੂੰਜ ਕੁਰਲਾਵੇ ਕਿਹੜਾ ਕੂਕ ਸੁਣੇ ਉਹਦੇ ਦਿਲ ਦੀ ਵੇਦਨਾ ਦੀ ਥਾਪਾਵੇ ਦਰਦ ਹੰਡਾਵੇ ਹੌਂਕੇ ਹਾਵੇ ਕਿਹੜਾ ਹੂਕ ਸੁਣੇ ਇੱਕ ਕੂੰਜ ਕੁਰਲਾਵੇ ਕਿਹੜਾ ਕੂਕ ਸੁਣੇ ਕਿਹੜਾ ਕੂਕ ਸੁਣੇ ਕਿਹੜਾ ਕੂਕ ਸੁਣੇ कदों तक आखिर कदों तक मूक दर्शक बन के बर्दाश्त करते रहोगे इन्हां पखंड दे डेरियां दे कुकरम? कदों तक ਇਹ ਸ਼ਾਤਰ ਲੋਕ ਪੀਰਾਂ ਫਕੀਰਾਂ ਜਾਂ ਆਦਰਯੋਗ ਬਜ਼ੁਰਗਾਂ ਦੇ ਨਾਮ ਤੇ ਪਿੰਡਾਂ 'ਚ ਖਾਲੀ ਪਈਆਂ ਥਾਵਾਂ ਤੇ ਕਰਦੇ ਰਹਿਣਗੇ ਨਾਜਾਇਜ਼ ਕਬਜ਼ੇ? ਕਦੋਂ ਤੱਕ ਪਿੰਡਾਂ ਦੇ ਹਾਸਿਆਂ ਤੇ 60 ਸਦੀ ਦੇ ਸਹਿਮ ਦਾ ਪਰਛਾਵਾਂ ਰਹੇਗਾ? ਕਦੋਂ ਤੱਕ ਕੰਜਕਾਂ ਤੇ ਕੂੰਜਾਂ ਦਰਿੰਦੇ ਬਾਜਾਂ ਦੇ ਪੰਜਿਆਂ 'ਚ ਵਿਲਕਦੀਆਂ ਰਹਿਣਗੀਆਂ? ਕਦੋਂ ਤੱਕ ਮਿਲਦੀ ਰਹੇਗੀ ਇਹਨਾਂ ਟੌਂਗੀਆਂ ਨੂੰ ਮੌਕਾ ਪ੍ਰਸਤ ਨੇਤਾਵਾਂ ਦੀ ਸਰਪ੍ਰਸਤੀ? ਤੇ ਕਦੋਂ ਤੱਕ ਤੁਸੀਂ ਸਿਰਫ ਵੋਟਾਂ ਬਣੇ ਰਹੋਗੇ? ਵਿਗਿਆਨ ਦੇ ਯੁੱਗ ਵਿੱਚ ਅੰਧ ਵਿਸ਼ਵਾਸ ਤੇ ਨਿਰਭਰ ਹੋ ਕੇ ਕਦੋਂ ਤੱਕ ਘੂਕ ਸੁੱਤੇ ਰਹੋਗੇ 21ਵੀਂ ਸਦੀ ਦੇ ਹਾਣਿਓ? ਤੇ ਕਦੋਂ ਤੱਕ ਇਹ ਸਭ ਕੁਝ ਚੱਲਦਾ ਰਹੇਗਾ ਨਿਰਵਿਘਨ? ਜਾਗੋ, ਉੱਠੋ, ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਨੇ। ਵਿਗਿਆਨ ਦਾ ਸੂਰਜ ਸਾਨੂੰ ਪੁਕਾਰ ਰਿਹਾ ਹੈ। ਜਾਗੋ ਤੇ ਸਮਝੋ ਜੋ ਸਮੇਂ ਦੀ ਮੰਗ ਦੋਸਤ
ਹਨੇਰੇ ਦੇ ਨਾਲ ਚਾਨਣ ਦੀ ਜੰਗ ਦੋਸਤੋ। ਜਿਸ ਦਿਨ ਮਖੌਟਾ ਲੈ ਗਿਆ, ਮਖੌਟਾ ਲੈ ਗਿਆ, ਕਾਲ ਖਾਂ ਦੇ ਮੁਖ ਤੋਂ ਹਨੇਰੇ ਨੇ ਹੋਣਾ ਪਿੰਜਰੇ 'ਚ ਬੰਦ ਦੋਸਤੋ, ਪਿੰਜਰੇ 'ਚ ਬੰਦ ਦੋਸਤੋ, ਪਿੰਜਰੇ 'ਚ ਬੰਦ